ਅੱਜ अपना जो ग्रामर का विषय है टॉपिक है वो हैगा द टेंसिस। सब तो पहला ਆਪਾਂ कंटेंट देखते हैं भी आप इस दे विच की पढ़ना है, किस तरतीब दे नाल पढ़ना है। सब तो पहला आप इंट्रोडक्शन पढ़ांगे टेंसिस के बारे, उस तो बाद क्लासीफिकेशन बेस्ड ऑन द टाइम फ्रेम, उस तो बाद क्लासीफिकेशन बेस्ड ऑन द आस्पैक्ट, उस तो बाद ब्लॉक डायग्राम ऑफ टेंसिस, फिर लिस्ट ऑफ रूल्स, उस तो बाद प्रेजेंट टेंस, फिर पास्ट टेंस, फिर फ्यूचर टेंस, दैन लिस्ट ऑफ एग्जाम्पल्स। सब तो पहला आप इंट्रोडक्शन पढ़ते हैं। द वर्ड टेंस इज डिराइव्ड फ्रॉम लैटिन वर्ड टेम्पिस विच मीनस टाइम। जो टेंस शब्द आ वो लतीनी भाषा के शब्द टैंपस तो लिया गया है, जिस का मतलब है समा। ये वर्ब इंडिकेट्स द टाइम ऑफ एन एक्शन, इवेंट और कंडीशन बाय चेंजिंग इट्स फॉर्म। जो वर्ब होंदी है, किरिया होंदी आ, वो की आ किसी काम दे, किसी घटना दे, किसी स्थिति के वापरन का समा दसदी है ਅਤੇ ਇਹ ਆਦੀਆਂ ਫਾਰਮ ਬਦਲ ਕੇ ਦੱਸਦੀ ਹੈ, ਭਾਵੇਂ ਇਹ ਦੱਸਦੀ ਹੈ ਵੀ ਕਿਹੜੇ ਸਮੇਂ ਦੇ ਵਿੱਚ, ਕਿਸ ਸਮੇਂ ਦੇ ਵਿੱਚ ਘਟਨਾ ਵਾਪਰੀ। ਬੇਸਡ ਔਨ ਟਾਈਮ ਫਰੇਮ the verb tense may be categorized according to the time frame। ਕਹਿੰਦੇ ਵੀ verb tense ਨੂੰ ਅਸੀਂ ਜਿਹੜਾ ਹੈਗਾ ਟਾਈਮ ਫਰੇਮ ਦੇ ਤੌਰ ਤੇ ਇਸ ਨੂੰ ਅਸੀਂ ਵੰਡ ਸਕਦੇ ਹਾਂ। ਪ੍ਰੈਜੈਂਟ ਟੈਂਸ, ਪਾਸਟ ਟੈਂਸ ਤੇ ਫਿਊਚਰ ਟੈਂਸ। ਪ੍ਰੈਜੈਂਟ ਟੈਂਸ ਵਰਤਮਾਨ ਕਾਲ, ਪਾਸਟ ਟੈਂਸ ਭੂਤਕਾਲ ਤੇ ਫਿਊਚਰ ਟੈਂਸ ਭਵਿੱਖ ਕਾਲ। ਹੁਣ ਤਿੰਨਾਂ ਟੈਂਸਿਸ ਦੇ ਬਾਰੇ ਆਪਾਂ ਦੀ ਡੈਫੀਨੇਸ਼ਨ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਹੈਗਾ ਪ੍ਰੈਜੈਂਟ ਟੈਂਸ, ਜਿਹਨੂੰ ਆਪਾਂ ਵਰਤਮਾਨ ਸਮਾਂ ਕਹਿ ਦਿੰਦੇ ਹਾਂ, ਭਾਵ ਹੋਣ ਵਾਲਾ ਸਮਾਂ। present tense expresses an unchanging, repeated or reoccurring action or situation that exist only now। ਜਿਹੜਾ ਵਰਤਮਾਨ ਕਾਲ ਉਹ ਕੀ ਆ, ਨਾ ਬਦਲਣ ਵਾਲੀ, ਦੁਹਰਾਉਣ ਵਾਲੀ, ਦੁਬਾਰਾ ਵਾਪਰਨ ਵਾਲੀ ਕੰਮ ਜਾਂ ਸਥਿਤੀ ਬਾਰੇ ਦੱਸਦਾ ਹੈ, ਜਿਹੜੀ ਕੀ ਆ ਵਰਤਮਾਨ ਸਮੇਂ ਦੇ ਵਿੱਚ ਹੀ ਐਗਜ਼ਿਸਟ ਹੁੰਦੀ ਹੈ। ਇਟ ਕੈਨ ਆਲਸੋ ਰੀਪ੍ਰਜੈਂਟ ਏ ਵਾਈਡ ਸਪਰੈਡ ਟਰੁੱਥ। ਜੋ ਵਰਤਮਾਨ ਕਾਲ ਹੁੰਦਾ ਉਹ ਕੀ ਆ, ਜਿਹੜੀ ਸਦੀਵੀ ਸੱਚਾਈ ਹੁੰਦੀ ਹੈ ਉਸ ਨੂੰ ਵੀ ਇਹ ਰੀਪ੍ਰਜੈਂਟ ਕਰਦਾ, ਉਸਦੀ ਪ੍ਰਤੀਨਿਧਤਾ ਕਰਦਾ ਹੈ। ਪਾਸਟ ਟੈਂਸ, past tense expresses an action or situation that was started and finished in the past। ਜਿਹੜਾ ਭੂਤਕਾਲ ਪਾਸਟ ਟੈਂਸ ਹੁੰਦਾ ਹੈ ਉਹ ਉਸ ਕੰਮ ਬਾਰੇ, ਉਸ ਸਥਿਤੀ ਬਾਰੇ ਦੱਸਦਾ ਹੈ ਜੋ ਕਿ ਬੀਤੇ ਹੋਏ ਸਮੇਂ ਦੇ ਵਿੱਚ, ਪਾਸਟ ਕਾਲ ਦੇ ਵਿੱਚ ਖਤਮ ਹੋ ਗਈ ਹੈ। ਉਸ ਤੋਂ ਬਾਅਦ ਆ ਗਿਆ ਫਿਊਚਰ ਟੈਂਸ। ਫਿਊਚਰ ਟੈਂਸ ਐਕਸਪ੍ਰੈਸਿਸ ਐਨ ਐਕਸ਼ਨ ਔਰ ਸਿਚੁਏਸ਼ਨ ਡੈਟ ਵਿਲ ਓਕਰ ਇਨ ਦਾ ਫਿਊਚਰ। ਜਿਹੜਾ ਹੈਗਾ ਫਿਊਚਰ ਟੈਂਸ ਨੂੰ ਅਸੀਂ ਭਵਿੱਖ ਕਾਲ ਵੀ ਕਹਿੰਦੇ ਹਾਂ। ਇਹ ਉਸ ਕੰਮ ਅਤੇ ਸਥਿਤੀ ਬਾਰੇ ਦੱਸਦਾ ਹੈ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਾਪਰਨੀ ਹੁੰਦੀ ਹੈ। ਬੇਸਡ ਔਨ ਆਸਪੈਕਟ, ਵਰਬ ਟੈਂਸਿਸ ਮੇ ਆਲਸੋ ਬੀ categorized according to the aspect। Aspect refer to the nature of the action described by the verb। There are 4 aspect। ਹੁਣ ਅਸੀਂ ਟੈਂਸਿਸ ਦੀ ਅੱਗੇ ਕੀ ਆਸਪੈਕਟ ਬੇਸ 'ਤੇ ਇਹਨਾਂ ਦਾ ਆਪਾਂ ਕਲਾਸੀਫਿਕੇਸ਼ਨ ਕਰਾਂਗੇ ਵੀ ਇਸ ਇੱਕ ਟੈਂਸ ਨੂੰ ਅੱਗੇ ਗਾਂ 4 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। indefinite और simple, continuous और progressive, perfect और complete, perfect continuous। यानी कि ਆਪਾਂ ਜੋ 3 ਟੈਂਸ ਪੜ੍ਹਿਆ ਉਹਨਾਂ ਨੂੰ ਅੱਗੇ ਆਪਾਂ 4 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਹੁਣ indefinite tense ਕੀ ਹੁੰਦਾ ਹੈ? indefinite tense, the 3 indefinite tenses or simple tenses describe an action but do not state whether the action is finished। ਹੁਣ ਆਪਾਂ ਤਿੰਨੇ ਟੈਂਸ ਜਿਵੇਂ ਪ੍ਰੈਜੈਂਟ ਇੰਡੈਫੀਨਿਟ, ਪਾਸਟ ਇੰਡੈਫੀਨਿਟ ਤੇ ਫਿਊਚਰ ਇੰਡੈਫੀਨਿਟ ਆ, ਉਹਨਾਂ ਦੇ ਬਾਰੇ ਇਕੱਠੀ ਗੱਲ ਕਰਦੇ ਹਾਂ ਵੀ ਇਹਨਾਂ ਨੂੰ ਤਿੰਨਾਂ ਨੂੰ ਇੰਡੈਫੀਨਿਟ ਆਪਾਂ ਕਹਿੰਦੇ ਹਾਂ ਪ੍ਰੈਜੈਂਟ ਇੰਡੈਫੀਨਿਟ, ਪਾਸਟ ਇੰਡੈਫੀਨਿਟ ਤੇ ਫਿਊਚਰ ਇੰਡੈਫੀਨਿਟ। ਇਹ ਉਸ ਸਮੇਂ ਬਾਰੇ ਦੱਸਦਾ ਹੈ ਵੀ ਉਸ ਕੰਮ ਦੀ ਸਥਿਤੀ ਬਾਰੇ ਦੱਸਦਾ ਹੈ ਵੀ ਉਹ ਇਹ ਕਲੀਅਰ ਨਹੀਂ ਕਰਦਾ ਵੀ ਉਹ ਕੰਮ ਖਤਮ ਹੋ ਗਿਆ ਕਿ ਨਹੀਂ ਹੋਇਆ ਹੈ। ਠੀਕ ਹੈ।
ਉਸ ਤੋਂ ਬਾਅਦ ਆ ਗਿਆ ਜਿਹੜਾ ਕੰਟੀਨਿਊਸ ਟੈਂਸ ਆ, ਤਿੰਨਾਂ ਟੈਂਸਸ ਦੀ ਗੱਲ ਕਰਾਂਗੇ, ਪ੍ਰੈਜ਼ੈਂਟ ਕੰਟੀਨਿਊਸ, ਪਾਸਟ ਕੰਟੀਨਿਊਸ ਤੇ ਫਿਊਚਰ ਕੰਟੀਨਿਊਸ। The three continuous tenses, incomplete tenses or progressive tenses describe an unfinished action। ਜਿਹੜੇ ਹੈਗੇ ਆ ਇਹ ਕੰਟੀਨਿਊਸ ਟੈਂਸ ਹੁੰਦੇ, ਇਹਦੇ ਵਿੱਚ ਇਹ ਜਿਹੜੇ ਪੂਰੇ ਟੈਂਸ ਨਹੀਂ ਹੁੰਦੇ, ਭਾਵ ਇਹਨਾਂ ਵਿੱਚ ਕੋਈ ਕੰਮ ਜਿਹੜਾ ਹੈਗਾ ਚੱਲ ਰਿਹਾ ਹੁੰਦਾ ਹੈ, ਇਹਨਾਂ ਨੂੰ ਆਪਾਂ ਇਨਕੰਪਲੀਟ ਟੈਂਸ ਕਹਿ ਦਿੰਦੇ ਹਾਂ ਜਾਂ ਪ੍ਰੋਗਰੈਸਿਵ ਟੈਂਸ ਕਹਿ ਰਹੇ ਹਾਂ। ਅਤੇ ਇਹਦੇ ਵਿੱਚ ਕੀ ਆ, ਜਿਵੇਂ ਆਪਾਂ ਪ੍ਰੈਜੈਂਟ 'ਚ ਕਹਿ ਸਕਦੇ ਹਾਂ ਮੈਂ ਕੰਮ ਕਰ ਰਿਹਾ ਹਾਂ, ਅਤੇ ਪਾਸਟ 'ਚ ਆਪਾਂ ਕਹਾਂਗੇ ਮੈਂ ਕੰਮ ਕਰ ਰਿਹਾ ਸੀ, ਅਤੇ ਫਿਊਚਰ 'ਚ ਕਹਾਂਗੇ ਮੈਂ ਕੰਮ ਕਰ ਰਿਹਾ ਸੀ। ਜਿਹੜਾ ਪਰਫੈਕਟ ਟੈਂਸਸ, ਤਿੰਨਾਂ ਟੈਂਸਸ ਦੀ ਗੱਲ ਕਰਦੇ ਹੋਏ ਕਹਾਂਗੇ ਵੀ ਇਹ ਕੰਮ ਦੇ ਪੂਰਾ ਹੋਣ ਬਾਰੇ ਦੱਸਦੇ ਆ। ਦ ਥਰੀ ਟੈਂਸਸ, ਕੰਪਲੀਟ ਟੈਂਸਸ ਔਰ ਪਰਫੈਕਟ ਟੈਂਸਸ। ਪਰਫੈਕਟ ਦਾ ਮਤਲਬ ਵੀ ਪੂਰਾ ਹੁੰਦਾ, ਇਹ ਦੱਸਦੇ ਆ ਵੀ ਕੰਮ ਕੀ ਆ, ਪੂਰਾ ਹੋ ਗਿਆ। ਜੇ ਪ੍ਰੈਜ਼ੈਂਟ ਦੀ ਗੱਲ ਕਰੀਏ ਮੈਂ ਉੱਥੇ ਪਹੁੰਚ ਚੁੱਕਾ ਸੀ, ਪਾਸਟ ਦੇ ਵਿੱਚ ਪ੍ਰੈਜ਼ੈਂਟ ਦੇ ਵਿੱਚ ਮੈਂ ਉੱਥੇ ਪਹੁੰਚ ਚੁੱਕਾ ਹਾਂ, ਪਾਸਟ ਦੇ ਵਿੱਚ ਮੈਂ ਉੱਥੇ ਪਹੁੰਚ ਚੁੱਕਾ ਸੀ, ਪਰਫੈਕਟ ਦੇ ਵਿੱਚ ਮੈਂ ਉੱਥੇ ਪਹੁੰਚ ਚੁੱਕਾ ਹੋਵਾਂਗਾ। ਪਰਫੈਕਟ ਕੰਟੀਨਿਊਸ ਟੈਂਸ ਦੇ ਵਿੱਚ ਟੂ ਕੰਬਾਈਨ ਦਾ ਕੰਪਲੀਟ ਟੈਂਸਸ ਐਂਡ ਇਨਕੰਪਲੀਟ ਟੈਂਸਸ ਔਰ ਡਿਸਕ੍ਰਾਈਬ ਐਨ ਐਕਸ਼ਨ ਵਿਚ ਵਾਜ਼ ਇਨ ਪ੍ਰੋਗਰੈਸ ਐਂਡ ਦੈਨ ਫਿਨਿਸ਼ਡ। ਜਿਹੜਾ ਪਰਫੈਕਟ ਕੰਟੀਨਿਊਸ ਦੇ ਵਿੱਚ ਕੀ ਆ, ਇਹ ਦੱਸਦੇ ਆ ਵੀ ਕੋਈ ਕੰਮ ਚੱਲ ਰਿਹਾ ਸੀਗਾ ਅਤੇ ਉਸ ਤੋਂ ਬਾਅਦ ਕੀ ਆ ਉਹਦੇ ਖਤਮ ਹੋਣ ਬਾਰੇ ਵੀ ਦੱਸਦੇ ਆ। ਜਿਵੇਂ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੀ ਗੱਲ ਕਰਦੇ ਹਾਂ ਵੀ ਮੈਂ ਪਿਛਲੇ 3 ਸਾਲਾਂ ਤੋਂ ਇੱਥੇ ਰਹਿ ਰਿਹਾ ਹਾਂ, ਅਤੇ ਪਾਸਟ ਦੇ ਵਿੱਚ ਕਰਾਂਗੇ ਮੈਂ ਪਿਛਲੇ 3 ਸਾਲਾਂ ਤੋਂ ਇੱਥੇ ਰਹਿ ਰਿਹਾ ਸੀ। ਅਤੇ ਫਿਊਚਰ ਬਾਰੇ ਗੱਲ ਕਰੀਏ ਤਾਂ ਆਪਾਂ ਕਹਾਂਗੇ ਮੈਂ ਪਿਛਲੇ ਕਈ ਸਾਲਾਂ ਤੋਂ ਉੱਥੇ ਰਹਿ ਰਿਹਾ ਹੋਵਾਂਗਾ। 12 ਪੋਸੀਬਲ ਟੈਂਸਿਸ। ਜਿਵੇਂ ਆਪਾਂ ਪਿੱਛੇ ਗੱਲ ਕੀਤੀ ਆ, ਟੈਂਸਿਸ ਨੂੰ ਆਪਾਂ ਪਹਿਲਾਂ 3 ਭਾਗਾਂ ਦੇ ਵਿੱਚ ਵੰਡਿਆ, ਪ੍ਰੈਜ਼ੈਂਟ ਟੈਂਸ, ਪਾਸਟ ਟੈਂਸ ਤੇ ਫਿਊਚਰ ਟੈਂਸ ਦੇ ਵਿੱਚ। ਉਸ ਤੋਂ ਅੱਗੇ ਇਹਨਾਂ ਨੂੰ ਆਪਾਂ ਟੈਂਸਿਸ ਨੂੰ ਤਿੰਨਾਂ ਨੂੰ ਅੱਗੇ 4 ਭਾਗਾਂ ਦੇ ਵਿੱਚ ਵੰਡਾਂਗੇ। ਪ੍ਰੈਜ਼ੈਂਟ ਟੈਂਸ ਨੂੰ ਪ੍ਰੈਜ਼ੈਂਟ ਇੰਡੈਫੀਨਿਟ, ਪ੍ਰੈਜ਼ੈਂਟ ਕੰਟੀਨਿਊਸ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਪਾਸਟ ਟੈਂਸ ਨੂੰ ਪਾਸਟ ਇੰਡੈਫੀਨਿਟ, ਪਾਸਟ ਕੰਟੀਨਿਊਸ, ਪਾਸਟ ਪਰਫੈਕਟ ਕੰਟੀਨਿਊਸ। ਫਿਊਚਰ ਟੈਂਸ ਫਿਊਚਰ ਇੰਡੈਫੀਨਿਟ, ਫਿਊਚਰ ਕੰਟੀਨਿਊਸ, ਫਿਊਚਰ ਪਰਫੈਕਟ ਕੰਟੀਨਿਊਸ। Here is a list of rules of these tenses। ਹੁਣ ਆਪਾਂ ਟੈਂਸਿਸ ਦੇ ਨਿਯਮਾਂ ਦੇ ਬਾਰੇ ਗੱਲ ਕਰਾਂਗੇ। ਆਪਾਂ ਜਿਹੜਾ ਹੈਗਾ ਇੱਕ ਪਾਸੇ 3 ਟੈਂਸਿਸ ਨੂੰ ਲਿਖਿਆ ਅਤੇ ਅੱਗੇ ਉਹਨਾਂ ਦੀਆਂ 4 ਕਿਸਮਾਂ, ਯਾਨੀ ਕਿ ਕੁੱਲ 12 ਹੋ ਗਏ ਇਹ ਟੈਂਸਿਸ। ਆਪਾਂ ਇਹਨਾਂ ਦੇ ਨਿਯਮ ਬਾਰੇ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆ ਗਿਆ ਪ੍ਰੈਜ਼ੈਂਟ ਇੰਡੈਫੀਨਿਟ, ਇਹਨੂੰ ਆਪਾਂ ਸਿੰਪਲ ਫਾਰਮ ਵੀ ਕਹਿ ਦਿੰਦੇ ਹਾਂ, ਸਿੰਪਲ ਟੈਂਸ ਵੀ ਕਹਿ ਦਿੰਦੇ ਹਾਂ, ਸਿੰਪਲ ਪ੍ਰੈਜ਼ੈਂਟ ਵੀ ਕਹਿ ਦਿੰਦੇ ਹਾਂ। ਇਹਦੇ ਵਿੱਚ ਫਸਟ ਫਾਰਮ ਪਲੱਸ ਐਸ ਜਾਂ ਈਐਸ ਲਗਾਇਆ ਗਿਆ। ਇਸ ਦਾ ਮਤਲਬ ਇਹ ਹੈ ਵੀ ਅਸੀਂ ਇਸ ਟੈਂਸ ਦੇ ਵਿੱਚ ਸਬਜੈਕਟ ਦੇ ਨਾਲ ਇੱਕ ਵਚਨ, ਜੇ ਸਬਜੈਕਟ ਆਪਣਾ ਇੱਕ ਵਚਨ ਆ ਤਾਂ ਫਿਰ ਆਪਾਂ ਉਹਦੇ ਨਾਲ ਵਰਬ ਦੀ ਇਕੱਲੀ ਪਹਿਲੀ ਫਾਰਮ ਲਾਵਾਂਗੇ। ਜੇਕਰ ਆਪਣਾ ਸਬਜੈਕਟ ਬਹੁ ਵਚਨ ਆ ਤਾਂ ਵਰਬ ਦੀ ਪਹਿਲੀ ਫਾਰਮ ਐਸ ਜਾਂ ਈਐਸ ਲਾਵਾਂਗੇ। ਮੰਨ ਲਓ ਆਪਣਾ ਸਬਜੈਕਟ ਹੈਗਾ ਵੀ, ਤਾਂ ਆਪਾਂ ਕੀ ਲਿਖਾਂਗੇ, ਵੀ ਟੇਕ ਟੀ। ਜੇਕਰ ਆਪਣਾ ਸਬਜੈਕਟ ਥਰਡ ਪਰਸਨ ਜਾਂ ਇੱਕ ਵਚਨ ਆ, ਜਿਵੇਂ ਹੀ ਟੇਕਸ ਟੀ, ਟੇਕ ਨਾਲ ਆਪਾਂ ਐਸ ਲਾ ਦੀ। ਐਵੇਂ ਸ਼ੀ ਰਾਈਟਸ ਅ ਲੈਟਰ, ਰਾਈਟ ਨਾਲ ਐਸ ਲਾਤੀ। ਜਾਂ ਹੀ ਗੋਜ਼ ਟੂ ਸਕੂਲ ਡੇਲੀ, ਗੋ ਦੇ ਨਾਲ ਈਐਸ ਲਗਾ ਦੇ। ਇਸ ਤਰ੍ਹਾਂ ਜੇਕਰ ਸਬਜੈਕਟ ਇੱਕ ਵਚਨ ਹੋਵੇ ਤਾਂ ਵਰਬ ਦੀ ਪਹਿਲੀ ਫਾਰਮ ਐਸ ਜਾਂ ਈਐਸ ਲਾਵਾਂਗੇ। ਜੇਕਰ ਸਬਜੈਕਟ ਬਹੁ ਵਚਨ ਹੋਵੇ ਜਾਂ ਆਈ ਹੋਵੇ ਤਾਂ ਇਕੱਲੀ ਵਰਬ ਦੀ ਪਹਿਲੀ ਫਾਰਮ ਲਾਵਾਂਗੇ। ਉਸ ਤੋਂ ਬਾਅਦ ਪ੍ਰੈਜ਼ੈਂਟ ਪ੍ਰੋਗਰੈਸਿਵ ਫਾਰਮ ਜਾਂ ਪ੍ਰੋਗਰੈਸਿਵ ਫਾਰਮ ਆਪਾਂ ਕਰਦੇ ਹਾਂ, ਪ੍ਰੈਜ਼ੈਂਟ ਕੰਟੀਨਿਊਸ ਮੈਨੂੰ ਕਹਿ ਦਿੰਦੇ ਆ। ਇਹਦੇ ਵਿੱਚ ਲਿਖਿਆ ਹੈ ਇਜ਼ ਐਮ ਆਰ ਪਲੱਸ ਵਰਬ ਫਸਟ ਫਾਰਮ ਪਲੱਸ ING। ਇਹਦਾ ਮਤਲਬ ਇਹ ਆ ਵੀ ਜੇਕਰ ਸਬਜੈਕਟ ਆਈ ਹੋਵੇ ਤਾਂ ਆਪਾਂ ਉਹਦੇ ਨਾਲ ਹੈਲਪਿੰਗ ਵਰਬ ਐਮ ਲਾ ਦਾਂਗੇ। ਜੇਕਰ ਸਬਜੈਕਟ ਇੱਕ ਵਚਨ ਹੋਵੇ ਤਾਂ ਉਹਦੇ ਨਾਲ ਆਪਾਂ ਹੈਲਪਿੰਗ ਵਰਬ ਇਜ਼ ਲਾ ਦਾਂਗੇ। ਸਬਜੈਕਟ ਬਹੁ ਵਚਨ ਹੋਵੇ
ਤਾਂ ਉਹਦੇ ਨਾਲ ਆਰ ਲਾ ਕੇ ਉਸ ਤੋਂ ਬਾਅਦ ਆਪਾਂ ਵਰਬ ਦੀ ਪਹਿਲੀ ਫਾਰਮ ਦੇ ਨਾਲ ING ਲਗਾਵਾਂਗੇ। ਐਗਜ਼ਾਮਪਲ ਆਪਾਂ ਕਰਦੇ ਹਾਂ, I am writing a letter, he is writing a letter, we are writing a letter। ਉਸ ਤੋਂ ਬਾਅਦ ਪਰਫੈਕਟ ਫਾਰਮ, ਜਿਹਦੇ ਵਿੱਚ ਆਪਾਂ ਪ੍ਰੈਜ਼ੈਂਟ ਪਰਫੈਕਟ ਦੇ ਬਾਰੇ ਗੱਲ ਕਰਾਂਗੇ। ਇਹਦੇ ਵਿੱਚ ਲਿਖਿਆ ਹੋਇਆ ਹੈਵ ਸਲੈਸ਼ ਹੈਜ਼ ਪਲੱਸ ਥਰਡ ਫਾਰਮ। ਜੇਕਰ ਆਪਣਾ ਸਬਜੈਕਟ ਆਈ ਜਾਂ ਬਹੁਵਚਨ ਆ ਤਾਂ ਆਪਾਂ ਹੈਲਪਿੰਗ ਵਰਬ ਹੈਵ ਲਾਉਂਦੇ ਹਾਂ। ਜੇਕਰ ਸਬਜੈਕਟ ਇੱਕ ਵਚਨ ਆ ਤਾਂ ਆਪਾਂ ਹੈਜ਼ ਲਾਉਂਦੇ ਹਾਂ, ਤਾਂ ਥਰਡ ਫਾਰਮ ਲਗਾਉਂਦੇ ਹਾਂ। ਐਗਜ਼ਾਮਪਲ, ਆਈ ਹੈਵ ਟੇਕਨ ਟੀ, ਵੀ ਹੈਵ ਟੇਕਨ ਟੀ, ਤੇ ਹੀ ਹੈਜ਼ ਟੇਕਨ ਟੀ। ਹੁਣ ਆਈ ਵੀ ਨਾਲ ਆਪਾਂ ਹੈਵ ਲਗਾਇਆ ਤੇ ਹੀ ਇੱਕ ਵਚਨ ਸੀ ਉਹਦੇ ਨਾਲ ਆਪਾਂ ਹੈਜ਼ ਲਗਾਇਆ। ਉਸ ਤੋਂ ਬਾਅਦ ਆ ਗਿਆ ਪਰਫੈਕਟ ਪ੍ਰੋਗਰੈਸਿਵ ਫਾਰਮ। ਇਹਦੇ ਵਿੱਚ ਆਪਾਂ ਪ੍ਰੈਜ਼ੈਂਟ ਟੈਂਸ ਦੀ ਗੱਲ ਕਰਦੇ ਹਾਂ। ਉਹੀ ਜੇਕਰ ਕਰਤਾ ਆਈ ਜਾਂ ਬਹੁਵਚਨ ਆ ਤਾਂ ਹੈਵ ਲਾਵਾਂਗੇ। ਜੇਕਰ ਸਬਜੈਕਟ ਜਾਂ ਕਰਤਾ ਇੱਕ ਵਚਨ ਆ ਤਾਂ ਹੈਜ਼ ਲਾ ਕੇ ਉਹਦੇ ਨਾਲ ਬਿਨ ਲਗਾ ਕੇ ਫਸਟ ਫਾਰਮ ਦੇ ਨਾਲ ING ਲਗਾਵਾਂਗੇ। ਜਿਵੇਂ ਆਪਾਂ ਐਗਜ਼ਾਮਪਲ ਕਰਦੇ ਹਾਂ, ਆਈ ਹੈਵ ਬੀਨ ਲਿਵਿੰਗ ਹੇਅਰ ਫਾਰ 3 years, ਮੈਂ ਇੱਥੇ 3 ਸਾਲਾਂ ਤੋਂ ਰਹਿ ਰਿਹਾ ਹਾਂ। ਜੇ ਆਪਾਂ ਇੱਕ ਵਚਨ ਸਬਜੈਕਟ ਦੀ ਗੱਲ ਕਰੀਏ, ਹੀ ਹੈਜ਼ ਬੀਨ ਰਾਈਟਿੰਗ ਏ ਲੈਟਰ ਸਿੰਸ ਮੋਰਨਿੰਗ, ਜਾਂ ਹੀ ਇਜ਼ ਅਟੈਂਡਿੰਗ ਹਿਜ਼ ਕਲਾਸਿਸ ਫਾਰ ਲਾਸਟ 2 hours। ਅੱਗੇ ਆਪਾਂ ਪਾਸਟ ਟੈਂਸ ਦੀ ਗੱਲ ਕਰਦੇ ਹਾਂ। ਇਹਦੇ ਵਿੱਚ ਪਾਸਟ ਸਿੰਪਲ ਪਾਸਟ ਜਾਂ ਪਾਸਟ ਇੰਡੈਫੀਨਿਟ ਦੇ ਵਿੱਚ ਇਕੱਲੀ ਵਰਬ ਦੀ ਦੂਸਰੀ ਫਾਰਮ ਹੀ ਲੱਗਦੀ ਹੈ। ਐਗਜ਼ਾਮਪਲ ਆਪਾਂ ਕਰਦੇ ਹਾਂ, ਆਈ ਰੋਟ ਅ ਲੈਟਰ, ਹੀ ਰੋਟ ਅ ਲੈਟਰ। ਇਹਦੇ ਵਿੱਚ ਕਰਤਾ ਇੱਕ ਵਚਨ ਜਾਂ ਬਹੁਵਚਨ ਦਾ ਕੋਈ ਫਰਕ ਨਹੀਂ ਪੈਂਦਾ ਹੈ। ਅੱਗੇ ਆ ਗਿਆ ਪਾਸਟ ਕੰਟੀਨਿਊਸ ਜਾਂ ਪ੍ਰੋਗਰੈਸਿਵ ਫਾਰਮ। ਇਹਦੇ ਵਿੱਚ ਆਪਾਂ ਵਾਸ ਵਰਬ ਤੇ ਵਰਬ ਦੀ ਪਹਿਲੀ ਫਾਰਮ ਨਾਲ ING ਲਗਾ ਦਿੰਦੇ ਹਾਂ। ਜੇਕਰ ਸਬਜੈਕਟ ਇੱਕ ਵਚਨ ਹੋਵੇ ਤਾਂ ਆਪਾਂ ਵਾਸ ਲਗਾ ਦਾਂਗੇ। ਜੇਕਰ ਸਬਜੈਕਟ ਬਹੁਵਚਨ ਹੋਵੇ ਤਾਂ ਆਪਾਂ ਵਰ ਲਗਾ ਦਾਂਗੇ। ਜਿਵੇਂ ਆਈ ਵਾਸ ਰਾਈਟਿੰਗ ਆ ਲੈਟਰ, ਦੇ ਵਰ ਰਾਈਟਿੰਗ ਆ ਲੈਟਰ। ਅੱਗੇ ਆਪਾਂ ਗੱਲ ਕਰਦੇ ਹਾਂ ਪਾਸਟ ਪਰਫੈਕਟ ਟੈਂਸ ਦੀ। ਇਹਦੇ ਵਿੱਚ ਕੀ ਆ, ਹੈਲਪਿੰਗ ਵਰਬ ਹੈਡ ਲਾ ਕੇ ਵਰਬ ਦੀ ਤੀਸਰੀ ਫਾਰਮ ਆਪਾਂ ਲਗਾਉਂਦੇ ਹਾਂ। ਐਗਜ਼ਾਮਪਲ ਆਪਾਂ ਕਰਦੇ ਹਾਂ, ਆਈ ਹੈਡ ਰਿਟਨ ਅ ਲੈਟਰ, ਵੀ ਹੈਡ ਰਿਟਨ ਅ ਲੈਟਰ। ਜਿਹੜਾ ਹੈਗਾ ਪਰਫੈਕਟ ਪ੍ਰੋਗਰੈਸਿਵ ਫਾਰਮ, ਇਹਦੇ ਵਿੱਚ ਪਾਸਟ ਟੈਂਸ ਉਹਦੀ ਗੱਲ ਕਰਾਂਗੇ। ਇਹਦੇ ਵਿੱਚ ਹੈਡ ਬਿਨ ਲਗਾ ਕੇ ਵਰਬ ਦੀ ਫਸਟ ਫਾਰਮ ਦੇ ਨਾਲ ING ਲੱਗਦੀ ਹੈ। ਅੱਗੇ ਆ ਗਿਆ ਫਿਊਚਰ ਟੈਂਸ। ਫਿਊਚਰ ਸਿੰਪਲ ਕਹਿ ਦਿਓ ਜਾਂ ਇੰਡੈਫੀਨਿਟ ਕਹਿ ਦਿਓ। ਇਹਦੇ ਵਿੱਚ ਵੈਲ ਸ਼ੈਲ ਤੇ ਫਸਟ ਫਾਰਮ ਲੱਗਦੀ ਹੈ। ਜੇਕਰ ਸਬਜੈਕਟ ਆਈ ਵੀ ਹੋਵੇ ਤਾਂ ਆਪਾਂ ਸ਼ੈਲ ਲਗਾਉਂਦੇ ਹਾਂ, ਅਦਰਵਾਈਜ਼ ਆਪਾਂ ਵੈਲ ਲਗਾ ਕੇ ਵਰਬ ਦੀ ਪਹਿਲੀ ਫਾਰਮ ਲਗਾਉਂਦੇ ਹਾਂ। ਜਿਵੇਂ ਆਈ ਸ਼ੈਲ ਗੋ ਦੇਅਰ, ਵੀ ਸ਼ੈਲ ਗੋ ਦੇਅਰ, ਆਈ ਵਿਲ ਰਾਈਟ ਅ ਲੈਟਰ। ਜੇ ਪ੍ਰੋਗਰੈਸਿਵ ਫਾਰਮ ਕਰੀਏ ਆਪਾਂ ਫਿਊਚਰ ਟੈਂਸ ਦੀ, ਤਾਂ ਉਹਦੇ ਵਿੱਚ ਆਪਾਂ ਵੈਲ ਬੀ ਦੇ ਨਾਲ ਵਰਬ ਦੀ ਪਹਿਲੀ ਫਾਰਮ ਉਹਦੇ ਨਾਲ ING ਲਗਾਉਂਦੇ ਹਾਂ। ਜਿਵੇਂ ਹੀ ਵਿਲ ਬੀ ਰਾਈਟਿੰਗ ਏ ਲੈਟਰ, ਆਈ ਵਿਲ ਬੀ ਰਾਈਟਿੰਗ ਆ ਲੈਟਰ। ਪਰਫੈਕਟ ਫਾਰਮ ਦੇ ਵਿੱਚ ਆਪਾਂ ਵਿਲ ਹੈਵ ਲਗਾ ਕੇ ਵਰਬ ਦੀ ਤੀਸਰੀ ਫਾਰਮ ਲਗਾਵਾਂਗੇ। ਆਈ ਵਿਲ ਹੈਵ ਰਿਟਨ ਅ ਲੈਟਰ, ਦੇ ਵਿਲ ਹੈਵ ਰੀਚਡ ਦੇਅਰ। ਦਾ ਮਤਲਬ ਹੈਗਾ ਵੀ ਮੈਂ ਜਿਹੜਾ ਹੈਗਾ ਆਈ ਵਿਲ ਹੈਵ ਰਿਟਨ ਲੈਟਰ, ਮੈਂ ਖਤ ਲਿਖਾਂਗਾ। ਅੱਗੇ ਆ ਗਿਆ ਪਰਫੈਕਟ ਪ੍ਰੋਗਰੈਸਿਵ ਫਾਰਮ। ਇਹਦੇ ਵਿੱਚ ਫਿਊਚਰ ਪਰਫੈਕਟ ਦੇ ਵਿੱਚ ਆਪਾਂ ਵਿਲ ਹੈਵ ਬਿਨ ਦੇ ਨਾਲ ਵਰਬ ਦੀ ਪਹਿਲੀ ਫਾਰਮ ਦੇ ਨਾਲ ING ਦੀ ਵਰਤੋਂ ਕਰਦੇ ਹਾਂ। ਆਈ ਵਿਲ ਹੈਵ ਬਿਨ ਗੋਇੰਗ ਟੂ ਚੰਡੀਗੜ੍ਹ ਟੂਮਾਰੋ। ਅੱਗੇ ਪ੍ਰੈਜ਼ੈਂਟ ਟੈਂਸ ਆ ਗਿਆ। ਇਹਦੇ ਉਹੀ ਆਪਣੀਆਂ 4 ਕਿਸਮਾਂ ਆਈਆਂ। ਪ੍ਰੈਜ਼ੈਂਟ ਟੈਂਸ, ਪ੍ਰੈਜ਼ੈਂਟ ਦੀਆਂ 4 ਕਿਸਮਾਂ, ਪ੍ਰੈਜ਼ੈਂਟ ਇੰਡੈਫੀਨਿਟ ਟੈਂਸ, ਪਾਸਟ ਪ੍ਰੈਜ਼ੈਂਟ ਕੰਟੀਨਿਊਸ ਟੈਂਸ, ਪ੍ਰੈਜ਼ੈਂਟ ਪਰਫੈਕਟ ਟੈਂਸ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਹੁਣ ਆਪਾਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਨੂੰ ਡਿਟੇਲ ਦੇ ਵਿੱਚ ਪੜ੍ਹਦੇ ਹਾਂ।
The simple present tense is used to describe an action, an event or condition that is occurring in the present. ਜੋ ਸਿੰਪਲ ਪ੍ਰੈਜ਼ੈਂਟ ਟੈਂਸ ਆ ਉਹ ਉਸ ਕੰਮ ਬਾਰੇ, ਘਟਨਾ ਬਾਰੇ ਜਾਂ ਸਥਿਤੀ ਬਾਰੇ ਦੱਸਦਾ ਹੈ ਜੋ ਕਿ ਵਰਤਮਾਨ ਸਮੇਂ ਦੇ ਵਿੱਚ ਹੀ ਵਾਪਰ ਰਹੀ ਹੈ ਐਟ ਦਾ ਮੂਮੈਂਟ ਆਫ ਸਪੀਕਿੰਗ ਔਰ ਰਾਈਟ, ਵੀ ਜਿਸ ਸਮੇਂ ਅਸੀਂ ਬੋਲ ਰਹੇ ਜਾਂ ਲਿਖ ਰਹੇ ਹੁੰਦੇ ਹਾਂ ਉਦੋਂ ਉਹ ਘਟਨਾ ਵਾਪਰ ਰਹੀ ਹੁੰਦੀ ਹੈ। ਜਿਵੇਂ ਫਾਰ ਐਗਜ਼ਾਮਪਲ ਆਈ ਪਲੇ, ਮੈਂ ਖੇਡਦਾ ਹਾਂ। ਹੀ ਅਬਲੀਕ ਸ਼ੀ ਪਲੇਜ਼, ਹੁਣ ਆਈ ਜਾਂ ਬਹੁਵਚਨ ਹੁੰਦਾ ਹੈਗਾ ਤਾਂ ਆਪਾਂ ਇਕੱਲੀ ਬਾਹਰੋਂ ਦੀ ਪਹਿਲੀ ਫਾਰਮ ਲਈ ਆ। ਜੇਕਰ ਸਬਜੈਕਟ ਆਪਣਾ ਹੀ ਸ਼ੀ ਇੱਕ ਵਚਨ ਆ ਤਾਂ ਆਪਾਂ ਪਹਿਲੀ ਫਾਰਮ ਨਾਲ ਐਸ ਲਾਤਾ, ਜਾਂ ਆਪਾਂ ਈਐਸ ਵੀ ਲਗਾ ਸਕਦੇ ਹਾਂ। ਮੰਨ ਲਓ ਗੋ ਹੋਵੇ ਤਾਂ ਉਹਦੇ ਨਾਲ ਈਐਸ ਲੱਗੇਗਾ। ਅੱਗੇ ਆ ਗਿਆ ਪ੍ਰੈਜ਼ੈਂਟ ਕੰਟੀਨਿਊਸ ਟੈਂਸ। The present continuous tense emphasizes the continuing nature of an act, event or condition। ਜਿਹੜਾ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਆ ਉਹ ਕੀ ਹੈ, ਕਿਸੇ ਕੰਮ ਜਾਂ ਘਟਨਾ ਜਾਂ ਜੇ ਕੋਈ ਸਥਿਤੀ ਹੋਵੇ ਉਸ ਦੇ ਜਿਹੜੇ ਚੱਲਣ ਰਹਿਣ ਦੀ ਸਥਿਤੀ ਬਾਰੇ ਦੱਸਦਾ ਹੈ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਆਈ ਐਮ ਰਾਈਟਿੰਗ, ਆਈ ਐਮ ਪਲੇਇੰਗ, ਮੈਂ ਖੇਡ ਰਿਹਾ ਹਾਂ। ਸ਼ੀ ਹੀ ਅਬਲੀਕ ਸ਼ੀ ਇਜ਼ ਪਲੇਇੰਗ, ਉਹ ਜਾਂ ਉਹ ਖੇਡ ਰਿਹਾ ਹੈ, ਰਹੀ ਹੈ। ਦੇ ਆਰ ਪਲੇਇੰਗ, ਉਹ ਖੇਡ ਰਹੇ ਹਨ। Continuous tense. The present continuous tense emphasizes the continuing nature of an act, event or conditions। Present continuous tense ਦੱਸਦਾ ਹੈ ਕਿ ਕੋਈ ਕੰਮ, ਕੋਈ ਘਟਨਾ ਜਾਂ ਕੋਈ ਸਥਿਤੀ ਉਹ ਚੱਲ ਰਹੀ ਹੈ, ਉਹ ਵਾਪਰ ਰਹੀ ਹੈ। ਫਾਰ ਐਗਜ਼ਾਮਪਲ ਆਈ ਐਮ ਪਲੇਇੰਗ, ਹੀ ਸ਼ੀ ਇਜ਼ ਪਲੇਇੰਗ, ਦੇ ਆਰ ਪਲੇਇੰਗ। ਇਸ ਟੈਂਸ ਦੇ ਵਿੱਚ ਹੈਲਪਿੰਗ ਵਰਬ ਦੇ ਨਾਲ ਇਜ਼ ਐਮ, ਹੈਲਪਿੰਗ ਵਰਬ ਇਜ਼ ਐਮ ਆਰ ਅਤੇ ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ ਲੱਗਦਾ ਹੈ। ਜੇਕਰ ਕਰਤਾ ਆਈ ਹੋਵੇ ਤਾਂ ਹੈਲਪਿੰਗ ਵਰਬ ਐਮ ਲੱਗਦਾ ਹੈ। ਕਰਤਾ ਇੱਕ ਵਚਨ ਹੋਵੇ ਤਾਂ ਹੈਲਪਿੰਗ ਵਰਬ ਇਜ਼ ਲੱਗਦਾ ਹੈ। ਕਰਤਾ ਬਹੁਵਚਨ ਹੋਵੇ ਤਾਂ ਹੈਲਪਿੰਗ ਵਰਬ ਆਰ ਲੱਗਦਾ ਹੈ ਅਤੇ ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ ਲੱਗਦੀ ਹੈ। ਪ੍ਰੈਜ਼ੈਂਟ ਪਰਫੈਕਟ ਟੈਂਸ ਸਾਨੂੰ ਦੱਸਦਾ ਹੈ ਵੀ ਕੋਈ ਕੰਮ ਖਤਮ ਹੋ ਚੁੱਕਾ ਹੈ। The present perfect tense is used to describe action that began in the past and continues into the present or has just been completed। ਇਹ ਟੈਂਸ ਸਾਨੂੰ ਦੱਸਦਾ ਹੈ ਕਿ ਕੋਈ ਕੰਮ ਬੀਤੇ ਹੋਏ ਸਮੇਂ ਦੇ ਵਿੱਚ, ਭੂਤਕਾਲ ਦੇ ਵਿੱਚ ਸ਼ੁਰੂ ਹੋਇਆ ਸੀ, ਪਾਸਟ ਦੇ ਵਿੱਚ ਚੱਲ ਕੇ ਖਤਮ ਹੋ ਗਿਆ ਹੈ। ਇਸ ਟੈਂਸ ਦੇ ਵਿੱਚ ਕੀ ਆ, ਹੈਜ਼, ਹੈਵ ਅਤੇ ਵਰਬ ਦੀ ਤੀਸਰੀ ਫਾਰਮ ਅਸੀਂ ਲਗਾਉਂਦੇ ਹਾਂ। ਆਈ ਵੋਈ ਯਾਨੀ ਕਿ ਬਹੁਵਚਨ ਦੇ ਨਾਲ ਹੈਵ ਲੱਗਦਾ ਹੈ ਅਤੇ ਇੱਕ ਵਚਨ ਸਬਜੈਕਟ ਨਾਲ ਹੈਜ਼ ਲੱਗਦਾ ਅਤੇ ਵਰਬ ਦੀ ਤੀਸਰੀ ਫਾਰਮ। ਫਾਰ ਐਗਜ਼ਾਮਪਲ ਆਈ ਹੈਵ ਪਲੇਡ, ਹੀ ਅਬਲੀਕ ਸ਼ੀ ਹੈਜ਼ ਪਲੇਡ। ਹੀ ਸ਼ੀ ਇੱਕ ਵਚਨ ਹੋਣ ਕਰਕੇ ਹੈਜ਼ ਲੱਗਿਆ ਅਤੇ ਆਈ ਹੋਣ ਕਰਕੇ ਹੈਲਪਿੰਗ ਵਰਬ ਹੈਵ ਲੱਗਿਆ ਅਤੇ ਵਰਬ ਦੀ ਤੀਸਰੀ ਫਾਰਮ ਦੀ ਵਰਤੋਂ ਕੀਤੀ ਗਈ। Present perfect tense. The present perfect tense, present perfect continuous is used to describe an action, event or condition that has begun in the past and continues in the present। ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਸਾਨੂੰ ਦੱਸਦਾ ਹੈ ਕੋਈ ਕੰਮ, ਕੋਈ ਘਟਨਾ, ਕੋਈ ਸਥਿਤੀ ਜੋ ਕਿ ਆ ਪਾਸਟ, ਭੂਤਕਾਲ ਸਮੇਂ ਦੇ ਵਿੱਚ ਸ਼ੁਰੂ ਹੋਈ ਸੀ ਅਤੇ ਉਹ ਵਰਤਮਾਨ ਸਮੇਂ ਦੇ ਵਿੱਚ ਹੀ ਚੱਲ ਰਹੀ ਹੈ। ਫਾਰ ਐਗਜ਼ਾਮਪਲ ਆਈ ਯੂ ਹੈਵ ਬੀਨ ਪਲੇਇੰਗ, ਹੀ ਅਬਲੀਕ ਸ਼ੀ ਹੈਜ਼ ਬੀਨ ਪਲੇਇੰਗ। ਇਸ ਟੈਂਸ ਦੇ ਵਿੱਚ ਹੈਜ਼, ਹੈਵ ਨਾਲ ਬਿਨ ਲਗਾ ਕੇ ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਸਬਜੈਕਟ ਇੱਕ ਵਚਨ ਹੋਵੇ ਤਾਂ ਹੈਜ਼ ਲੱਗਦਾ ਹੈ। ਜੇਕਰ ਸਬਜੈਕਟ ਆਈ ਜਾਂ ਬਹੁਵਚਨ ਹੋਵੇ ਤਾਂ ਹੈਵ ਨਾਲ ਬਿਨ ਅਤੇ ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ ਦੀ ਵਰਤੋਂ ਹੁੰਦੀ ਹੈ। ਉਸ ਤੋਂ ਬਾਅਦ ਪਾਸਟ ਟੈਂਸ। ਇਸ ਦੀਆਂ ਅੱਗੇ 4 ਕਿਸਮਾਂ: ਪਾਸਟ ਇੰਡੈਫੀਨਿਟ, ਪਾਸਟ ਕੰਟੀਨਿਊਸ, ਪਾਸਟ ਪਰਫੈਕਟ ਟੈਂਸ, ਪਾਸਟ ਪਰਫੈਕਟ ਕੰਟੀਨਿਊਸ। ਪਹਿਲਾਂ ਅਸੀਂ ਗੱਲ ਕਰਾਂਗੇ ਪਾਸਟ ਇੰਡੈਫੀਨਿਟ ਟੈਂਸ ਦੀ। The simple past tense is used to describe an action, an event or condition that occurred in the past। ਕਹਿੰਦੇ ਵੀ ਇਸ ਦੇ ਵਿੱਚ ਅਸੀਂ ਉਸ ਘਟਨਾ, ਉਸ ਕੰਮ, ਉਸ ਸਥਿਤੀ ਬਾਰੇ ਗੱਲ ਕਰਾਂਗੇ ਜੋ ਕਿ ਬੀਤੇ ਹੋਏ ਸਮੇਂ ਦੇ ਵਿੱਚ ਬੀਤੀ ਹੈ, ਗੁਜ਼ਰੇ ਹੋਏ ਸਮੇਂ ਦੇ ਵਿੱਚ ਬੀਤੀ ਹੈ। ਆਈ ਪਲੇਡ, ਹੀ ਸ਼ੀ ਪਲੇਡ। ਇਸ ਟੈਂਸ ਦੇ ਵਿੱਚ
ਕੀ ਹੈ, ਵਰਬ ਦੀ ਦੂਸਰੀ ਫਾਰਮ ਦੀ ਵਰਤੋਂ ਹੁੰਦੀ ਹੈ। ਸਬਜੈਕਟ ਨਾਲ ਵਰਬ ਦੀ ਦੂਸਰੀ ਫਾਰਮ ਦੀ ਵਰਤੋਂ ਕਰਦੇ ਹਾਂ। ਪਾਸਟ ਕੰਟੀਨਿਊਸ ਟੈਂਸ। The past continuous tense is used to describe action ongoing in the past। ਜਿਹੜਾ ਪਾਸਟ ਕੰਟੀਨਿਊ ਟੈਂਸ ਸਾਨੂੰ ਦੱਸਦਾ ਹੈ ਕਿ ਪਾਸਟ ਬੀਤੇ ਹੋਏ ਸਮੇਂ ਦੇ ਵਿੱਚ ਜੋ ਕੰਮ ਚੱਲ ਰਿਹਾ ਸੀ ਉਸ ਦੇ ਬਾਰੇ ਸਾਨੂੰ ਦੱਸਦਾ ਹੈ। ਉਦਾਹਰਨ ਦੇ ਤੌਰ ਤੇ ਆਈ ਵਾਜ਼ ਪਲੇਇੰਗ, ਮੈਂ ਖੇਡ ਰਿਹਾ ਸੀ। ਹੀ ਓਬਲੀਗ ਸ਼ੀ ਵਾਜ਼ ਪਲੇਇੰਗ, ਉਹ ਖੇਡ ਰਹੀ ਸੀ, ਉਹ ਖੇਡ ਰਿਹਾ ਸੀ। ਯੂ ਆਰ ਪਲੇਇੰਗ, ਤੁਸੀਂ ਖੇਡ ਰਹੇ ਸੀ। ਇਸ ਟੈਂਸ ਦੇ ਵਿੱਚ ਕੀ ਹੈ, ਵਾਜ ਵਰਬ ਦੀ ਪਹਿਲੀ ਫਾਰਮ ਦੀ ਵਰਤੋਂ ਹੁੰਦੀ ਹੈ। ਸਬਜੈਕਟ ਇੱਕ ਵਚਨ ਹੋਵੇ ਤਾਂ ਵਾਸ, ਬਹੁ ਵਚਨ ਹੋਵੇ ਤਾਂ ਵਰਬ, ਤੇ ਵਰਬ ਦੀ ਪਹਿਲੀ ਫਾਰਮ ਨਾਲ ING ਦੀ ਵਰਤੋਂ ਕਰਦੇ ਹਾਂ। ਪਾਸਟ ਪਰਫੈਕਟ ਟੈਂਸ। ਇਸ ਟੈਂਸ ਦੀ ਵਰਤੋਂ ਅਸੀਂ ਪਾਸਟ ਦੇ ਵਿੱਚ ਜਦੋਂ ਕੋਈ ਕੰਮ ਕੰਪਲੀਟ ਹੋ ਜਾਂਦਾ ਹੈ ਉਸ ਦੇ ਲਈ ਕਰਦੇ ਹਾਂ। ਦਾ ਪਾਸਟ ਪਰਫੈਕਟ ਟੈਂਸ ਇਜ਼ ਯੂਜ਼ਡ ਟੂ ਰੈਫਰ ਟੂ ਦ ਐਕਸ਼ਨ ਦੈਟ ਟੁਕ ਪਲੇਸ ਇਨ ਵਰ ਕੰਪਲੀਟਡ ਇਨ ਦਾ ਪਾਸਟ। ਉਹ ਕੰਮ, ਉਹ ਗਤੀਵਿਧੀਆਂ ਜੋ ਬੀਤੇ ਹੋਏ ਸਮੇਂ ਦੇ ਵਿੱਚ ਪੂਰੀਆਂ ਹੋ ਗਈਆਂ, ਉਸ ਸਥਿਤੀ ਲਈ ਪਾਸਟ ਪਰਫੈਕਟ ਟੈਂਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਟੈਂਸ ਦੇ ਵਿੱਚ ਹੈਡ ਵਰਬ ਦੀ ਤੀਸਰੀ ਫਾਰਮ ਦੀ ਵਰਤੋਂ ਹੁੰਦੀ ਹੈ। ਆਈ ਹੈਡ ਪਲੇਡ, ਮੈਂ ਖੇਡ ਚੁੱਕਿਆ ਸੀ। ਹੀ ਓਬਲੀਗ ਸ਼ੀ ਹੈਡ ਪਲੇਡ, ਉਹ ਖੇਡ ਚੁੱਕਿਆ ਸੀ, ਉਹ ਖੇਡ ਚੁੱਕੀ ਸੀ। ਹੈਡ ਹੈਲਪਿੰਗ ਵਰਬ ਤੇ ਵਰਬ ਦੀ ਤੀਸਰੀ ਫਾਰਮ ਦੀ ਵਰਤੋਂ ਹੁੰਦੀ ਹੈ। ਪਾਸਟ ਪਰਫੈਕਟ ਕੰਟੀਨਿਊ। The past perfect continuous is used to indicate that a continued action in the past began before another past action began or interrupted the first action। Past perfect continuous tense ਸਾਨੂੰ ਦੱਸਦਾ ਹੈ ਵੀ ਕੋਈ ਕੰਮ ਬੀਤੇ ਹੋਏ ਸਮੇਂ ਦੇ ਵਿੱਚ ਚੱਲ ਰਿਹਾ ਸੀ ਤੇ ਜਦੋਂ ਕੋਈ ਹੋਰ ਕੰਮ ਸ਼ੁਰੂ ਹੁੰਦਾ ਹੈ ਤਾਂ ਦੂਸਰੇ ਕੰਮ ਨੂੰ ਪ੍ਰਭਾਵਿਤ ਕਰ ਦਿੰਦਾ ਹੈ। ਇਹਦੇ ਵਿੱਚ ਕੀ ਆ, ਹੈਡ ਬਿਨ ਵਰਬ ਦੀ ਪਹਿਲੀ ਫਾਰਮ ਨਾਲ ING ਦੀ ਵਰਤੋਂ ਹੁੰਦੀ ਹੈ। ਆਈ ਹੈਡ ਬਿਨ ਪਲੇਇੰਗ, ਹੀ ਸ਼ੀ ਹੈਡ ਬਿਨ ਪਲੇਇੰਗ। ਫਿਊਚਰ ਟੈਂਸ। ਫਿਊਚਰ ਦੇ ਵਿੱਚ ਚਾਰ ਟੈਂਸ, ਫਿਊਚਰ ਇੰਡੈਫੀਨਿਟ ਟੈਂਸ, ਫਿਊਚਰ ਕੰਟੀਨਿਊਸ ਟੈਂਸ, ਫਿਊਚਰ ਪਰਫੈਕਟ ਟੈਂਸ, ਫਿਊਚਰ ਪਰਫੈਕਟ ਕੰਟੀਨਿਊਸ ਟੈਂਸ। ਫਿਊਚਰ ਇੰਡੈਫੀਨਿਟ ਟੈਂਸ। ਦ ਸਿੰਪਲ ਫਿਊਚਰ is used to refer to actions that will take place after the act of speaking or writing। For example, future ਸਿੰਪਲ ਫਿਊਚਰ ਟੈਂਸ ਦੀ ਵਰਤੋਂ ਅਸੀਂ ਉਹਨਾਂ ਕੰਮਾਂ ਦੇ ਲਈ ਕੀਤੀ ਜਾਂਦੀ ਹੈ ਜੋ ਕਿ ਸਾਡੇ ਬੋਲਣ ਜਾਂ ਲਿਖਣ ਤੋਂ ਬਾਅਦ ਸ਼ੁਰੂ ਹੋਣਗੇ। ਭਾਵ ਆਉਣ ਵਾਲੇ ਸਮਾਂ 'ਚ ਹੋਣ ਵਾਲੇ ਕੰਮਾਂ ਬਾਰੇ ਅਸੀਂ ਜਿਹੜੀ ਇਸ ਟੈਂਸ ਦੀ ਵਰਤੋਂ ਕਰਦੇ ਆ ਉਹਨੂੰ ਫਿਊਚਰ ਇੰਡੈਫੀਨਿਟ ਟੈਂਸ ਕਹਿੰਦੇ ਆ। ਇਸ ਟੈਂਸ ਦੇ ਵਿੱਚ ਕੀ ਆ, ਵੈਲ, ਸ਼ੈਲ ਤੇ ਵਰਬ ਦੀ ਪਹਿਲੀ ਫਾਰਮ ਦੀ ਵਰਤੋਂ ਹੁੰਦੀ ਹੈ। ਇਸ ਟੈਂਸ ਦੇ ਵਿੱਚ ਆਪਾਂ ਐਗਜ਼ਾਮਪਲ ਲੈਂਦੇ ਆਈ ਸ਼ੈਲ ਪਲੇ, ਮੈਂ ਖੇਡਾਂਗਾ। ਹੀ ਸ਼ੀ ਵਿਲ ਪਲੇ, ਉਹ ਖੇਡੇਗੀ, ਉਹ ਖੇਡੇਗਾ। ਭਾਵ ਅਸੀਂ ਆਉਣ ਵਾਲੇ ਸਮੇਂ ਦੀ ਜਦੋਂ ਗੱਲ ਕਰਦੇ ਆ ਵੀ ਆਪਾਂ ਕਹਿ ਦਿੰਦੇ ਆ ਮੈਂ ਉੱਥੇ ਜਾਵਾਂਗਾ, ਮੈਂ ਉੱਥੇ ਪਹੁੰਚਾਂਗਾ, ਮੈਂ ਰੋਟੀ ਖਾਵਾਂਗਾ। ਉਸ ਸਥਿਤੀ ਜਾਂ ਸਮੇਂ ਦੇ ਲਈ ਅਸੀਂ ਫਿਊਚਰ ਇੰਡੈਫੀਨਿਟ ਦੀ ਟੈਂਸ ਦੀ ਵਰਤੋਂ ਕਰਦੇ ਹਾਂ। ਫਿਊਚਰ ਕੰਟੀਨਿਊਸ ਟੈਂਸ। The future continuous tense is used to describe actions ongoing in the future। ਫਿਊਚਰ ਕੰਟੀਨਿਊਸ ਟੈਂਸ ਦੀ ਵਰਤੋਂ ਅਸੀਂ ਫਿਊਚਰ ਵਿੱਚ ਚੱਲਣ ਵਾਲੇ ਕੰਮਾਂ ਦੇ ਬਾਰੇ ਕਰਾਂਗੇ ਜੋ ਚੱਲ ਰਹੇ ਹੋਣਗੇ। The future progress we use to refer continuous action that will occur in the future। ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੰਮ ਚੱਲ ਰਹੇ ਹੋਣਗੇ ਉਸ ਸਥਿਤੀ ਨੂੰ ਜਿਹੜਾ ਹੈਗਾ ਸਪਸ਼ਟ ਕਰਨ ਦੇ ਲਈ ਫਿਊਚਰ ਕੰਟੀਨਿਊਸ ਦੀ ਵਰਤੋਂ ਕੀਤੀ ਜਾਂਦੀ ਹੈ। ਫਾਰ ਐਗਜ਼ਾਮਪਲ, ਆਈ ਸ਼ੈਲ ਬੀ ਪਲੇਇੰਗ, ਮੈਂ ਖੇਡ ਰਿਹਾ ਹੋਵਾਂਗਾ। ਹੀ ਸ਼ੀ ਵਿਲ ਬੀ ਪਲੇਇੰਗ, ਉਹ ਖੇਡ ਰਹੀ ਹੋਵੇਗੀ, ਉਹ ਖੇਡ ਰਿਹਾ ਹੋਵੇਗਾ। ਫਿਊਚਰ ਪਰਫੈਕਟ ਟੈਂਸ। ਆਉਣ ਵਾਲੇ ਸਮੇਂ ਦੇ ਵਿੱਚ ਜੋ ਕੰਮ ਪੂਰੇ ਹੋ ਚੁੱਕੇ ਹੋਣਗੇ ਉਸ ਬਾਰੇ ਜਿਹੜੀ ਵਰਤੋਂ ਕਰਨ ਲਈ ਫਿਊਚਰ ਪਰਫੈਕਟ ਟੈਂਸ ਦੀ ਵਰਤੋਂ ਕੀਤੀ ਜਾਂਦੀ ਹੈ। ਦ ਫਿਊਚਰ ਪਰਫੈਕਟ ਇਜ਼ ਯੂਜ਼ਡ ਟੂ ਰੈਫਰ ਟੂ ਐਨ ਐਕਸ਼ਨ ਦੈਟ ਵਿਲ ਬੀ ਕੰਪਲੀਟਡ ਸਮ ਟਾਈਮ ਇਨ ਦਾ ਫਿਊਚਰ। ਫਿਊਚਰ ਪਰਫੈਕਟ ਟੈਂਸ ਦੀ ਵਰਤੋਂ ਉਹਨਾਂ ਕੰਮਾਂ ਦੇ ਲਈ ਕੀਤੀ ਜਾਵੇਗੀ ਜੋ ਕੀ ਆ ਫਿਊਚਰ ਦੇ ਵਿੱਚ ਪੂਰੇ ਹੋਣਗੇ ਬਿਫੋਰ ਅਨਦਰ ਐਕਸ਼ਨ ਟੇਕ
ਕਿ ਹੋਰ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੇ ਉਹ ਕੰਮ ਖਤਮ ਹੋਣਗੇ। ਫਾਰ ਐਗਜ਼ਾਮਪਲ ਆਈ ਸ਼ੈਲ ਹੈਵ ਪਲੇਡ, ਮੈਂ ਖੇਡ ਚੁੱਕਿਆ ਹੋਵੇਗਾ। ਸ਼ੀ ਹੀ ਵੈਲ ਹੈਵ ਪਲੇਡ, ਉਹ ਖੇਡ ਚੁੱਕਾ ਹੋਵੇਗਾ, ਉਹ ਖੇਡ ਚੁੱਕੀ ਹੋਵੇਗੀ। ਇਸ ਟੈਂਸ ਦੇ ਵਿੱਚ ਵੈਲ ਹੈਵ, ਸ਼ੈਲ ਹੈਵ ਤੇ ਵਰਬ ਦੀ ਤੀਸਰੀ ਫਾਰਮ ਦੀ ਵਰਤੋਂ ਕਰਦੇ ਹਾਂ। Future perfect continuous tense, the future perfect continuous tense is used to indicate a continuing action that will be completed at specified time in the future. Future perfect continuous tense ਦੀ ਵਰਤੋਂ ਉਹਨਾਂ ਟੈਂਸ ਦੇ ਲਈ ਕੀਤੀ ਜਾਂਦੀ ਹੈ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਆ ਇੱਕ ਨਿਰਧਾਰਤ ਸਮੇਂ ਦੇ ਖਤਮ ਹੋ ਜਾਣਗੇ। ਫਾਰ ਐਗਜ਼ਾਮਪਲ ਆਈ ਸ਼ੈਲ ਹੈਵ ਬੀਨ ਪਲੇਇੰਗ, ਹੀ ਸ਼ੀ ਵਿਲ ਹੈਵ ਬੀਨ ਪਲੇਇੰਗ। ਇਸ ਟੈਂਸ ਦੇ ਵਿੱਚ ਸ਼ੈਲ ਹੈਵ, ਵਿਲ ਹੈਵ ਦੇ ਨਾਲ ਬਿਨ ਤੇ ਵਰਬ ਦੀ ਪਹਿਲੀ ਫਾਰਮ ਦੇ ਨਾਲ ING ਦੀ ਵਰਤੋਂ ਹੁੰਦੀ ਹੈ। ਇਸ ਤੋਂ ਬਾਅਦ ਜੋ ਅਸੀਂ ਇੱਕ ਲਿਸਟ ਬਣਾਈ ਹੈ, ਹੇਅਰ ਇਜ਼ ਲਿਸਟ ਆਫ ਐਗਜ਼ਾਮਪਲ ਆਫ ਥੀਸ ਟੈਂਸਸ ਐਂਡ ਦੇਅਰ ਡੈਫੀਨੇਸ਼ਨਸ। ਇਹ ਕੀ ਆ, ਇੱਕ ਟੈਂਸਸ ਨੂੰ ਹੋਰ ਸਪਸ਼ਟ ਕਰਨ ਵਾਸਤੇ ਇੱਕ ਚਾਰਟ ਬਣਿਆ। ਇਹਦੇ ਵਿੱਚ ਦੱਸਿਆ ਗਿਆ ਜਿਵੇਂ ਪ੍ਰੈਜ਼ੈਂਟ ਡੈਫੀਨੇਟ ਦੇ ਵਿੱਚ ਵਰਬ ਦੀ ਪਹਿਲੀ ਫਾਰਮ, ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਇਜ਼ MR ਵਰਬ ਦੀ ਪਹਿਲੀ ਫਾਰਮ ING, ਪਰਫੈਕਟ ਦੇ ਵਿੱਚ ਹੈਜ਼ ਹੈ ਵਰਬ ਦੀ ਤੀਸਰੀ ਫਾਰਮ, ਪਰਫੈਕਟ ਕੰਟੀਨਿਊਸ ਦੇ ਵਿੱਚ ਹੈਵ ਬੀਨ ਵਰਬ ਦੀ ਪਹਿਲੀ ਫਾਰਮ। ਇਸੇ ਤਰ੍ਹਾਂ ਪਾਸਟ ਸਿੰਪਲ ਫਾਰਮ ਦੇ ਵਿੱਚ ਦੂਸਰੀ ਫਾਰਮ, ਪ੍ਰੋਗਰੈਸਿਵ ਫਾਰਮ ਦੇ ਵਿੱਚ ਵਾਜ ਵਰਬ ਦੀ ਪਹਿਲੀ ਫਾਰਮ, ਪਰਫੈਕਟ ਫਾਰਮ ਦੇ ਵਿੱਚ ਹੈਡ ਵਰਬ ਦੀ ਤੀਸਰੀ ਫਾਰਮ, ਪਰਫੈਕਟ ਪ੍ਰੋਗਰੈਸਿਵ ਫਾਰਮ ਦੇ ਵਿੱਚ ਹੈਡ ਬਿਨ ਵਰਬ ਦੀ ਪਹਿਲੀ ਫਾਰਮ। ਫਿਊਚਰ ਟੈਂਸ ਦੇ ਵਿੱਚ ਵੈਲ ਸ਼ੈਲ ਵਰਬ ਦੀ ਪਹਿਲੀ ਫਾਰਮ, ਪ੍ਰੋਗਰੈਸਿਵ ਫਾਰਮ ਦੇ ਵਿੱਚ ਵੈਲ ਵੀ ਸ਼ੈਲ ਵੀ ਵਰਬ ਦੀ ਪਹਿਲੀ ਫਾਰਮ ਤੇ ਫਿਊਚਰ ਪਰਫੈਕਟ ਫਾਰਮ ਦੇ ਵਿੱਚ ਵੈਲ ਹੈਵ ਸ਼ੈਲ ਹੈਵ ਵਰਬ ਦੀ ਤੀਸਰੀ ਫਾਰਮ ਅਤੇ ਪਰਫੈਕਟ ਪ੍ਰੋਗਰੈਸਿਵ ਫਾਰਮ ਦੇ ਵਿੱਚ ਵੈਲ ਹੈਵ ਬਿਨ ਸ਼ੈਲ ਹੈਵ ਬਿਨ ਤੇ ਵਰਬ ਦੀ ਪਹਿਲੀ ਫਾਰਮ ਦੀ ਵਰਤੋਂ ਹੋਵੇਗੀ। ਸੋ ਬੱਚਿਓ, ਦੋਸਤੋ, ਵਿਦਿਆਰਥੀਓ, ਇਹ ਸੀ ਟੈਂਸਸ 'ਤੇ ਇੱਕ ਵੀਡੀਓ। ਅਤੇ ਇਸ ਵੀਡੀਓ ਦੇ ਨਾਲ ਇੱਕ ਮੈਂ ਸਿੰਪਲੀਫਾਈਡ ਜਿਹਦੇ ਵਿੱਚ ਕੀ ਆ ਟੈਂਸਸ ਨੂੰ ਇੰਗਲਿਸ਼ ਦੇ ਵਿੱਚ ਵੀ ਲਿਖਿਆ ਅਤੇ ਪੰਜਾਬੀ ਦੇ ਵਿੱਚ ਵੀ ਲਿਖਿਆ ਅਤੇ ਹਾਂ ਵਾਚਕ, ਨਾ ਵਾਚਕ ਅਤੇ ਪ੍ਰਸ਼ਨਵਾਚਕ ਸਾਰੀਆਂ ਐਗਜ਼ਾਮਪਲ ਦਿੱਤੀਆਂ। ਉਹਨਾਂ ਦੀ ਇੱਕ PDF ਵੀ ਅਟੈਚ ਕਰਾਂਗਾ ਜੋ ਤੁਸੀਂ ਡਾਊਨਲੋਡ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ।